अस्सलाम वालेकुम नज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ ਇਸ ਵਕਤ ਬਾਹਰ ਇੱਥੇ ਦਰਜਾ ਹਰਾਰਤ 11 ਡਿਗਰੀ ਸੈਂਟੀਗ੍ਰੇਡ ਹੈ। ਬੱਦਲ ਆਏ ਨੇ ਸੂਰਜ ਦੇ ਅੱਗੇ ਔਰ ਸਵੇਰ 4 ਵਜੇ ਬਾਰਿਸ਼ ਹੋਈ ਸੀ। ਉਹ ਗੂਗਲ ਨੋਟੀਫਿਕੇਸ਼ਨਸ ਆਉਂਦੀਆਂ ਰਾਤ ਜਦੋਂ ਮੈਂ 8-9 ਵਜੇ ਸੌਣ ਲੱਗਾ ਸੀ ਕਿ ਜੀ ਸਵੇਰ 4 ਵਜੇ ਬਾਰਿਸ਼ ਹੋਏਗੀ ਤੇ ਮੈਂ ਤਾਂ ਕਿਹਾ ਸ਼ਾਇਦ ਜਾਰੀ ਰਹੇ। ਲੇਕਿਨ ਉਹ ਸਵੇਰ ਖਤਮ ਹੋ ਗਈ ਸੀ। ਹੁਣ ਇਸ ਵਕਤ ਕੋਈ 1 ਵੱਜ ਗਿਆ ਹੋਇਆ 1:30 ਵਜਣ ਵਾਲਾ ਔਰ ਬਹੁਤ ਅੱਛਾ ਮੌਸਮ ਹੈ। ਬਾਰਿਸ਼ ਨਾਲ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਉੱਥੇ ਪਾਕਿਸਤਾਨ ਵਾਲੇ ਲੋਕਾਂ ਨੂੰ ਵੈਸੇ ਹੀ ਬਾਰਿਸ਼ ਬੜੀ ਅੱਛੀ ਲੱਗਦੀ ਹੈ, ਕਲਾਊਡਸ ਬੜੇ ਅੱਛੇ ਲੱਗਦੇ ਆ ਔਰ ਇਹਦੇ ਨਾਲ ਜਿਹੜਾ ਮੌਸਮ ਖੁੱਲ ਜਾਂਦਾ ਉਹ ਤੇ ਬਹੁਤ ਹੀ ਜ਼ਬਰਦਸਤ ਲੱਗਦਾ ਹੈ। ਵੈਰੀ ਬਿਊਟੀਫੁਲ ਵੈਦਰ ਇੰਡੀਡ। ਇੰਨੀ ਅੱਛੀ ਬਰੀਦਿੰਗ, ਮਜ਼ਾ ਆ ਜਾਂਦਾ ਹੈ। ਇਹ ਮੈਂ ਤੁਹਾਨੂੰ ਜਿਸ ਤਰ੍ਹਾਂ ਕਹਿੰਦਾ ਹੁੰਦਾ ਜੰਨਤ ਤੋਂ ਘੱਟ ਨਹੀਂ ਹੈ। ਮੈਂ ਜਿਹੜਾ ਵੀਲੋਗ ਮਿਸ ਕੀਤਾ ਸੀ ਉਹਦੇ ਬਾਰੇ 'ਚ ਲੋਕਾਂ ਨੂੰ ਇਹ ਵੀ ਪਰੇਸ਼ਾਨੀ ਹੈ ਜੀ ਦੱਸ ਦਿਆ ਕਰੋ। ਮੈਂ ਗੱਲ ਸੋਚ ਰਿਹਾ ਸੀ ਕਿ ਯੈਸ ਕੋਈ 4 ਕਿਸਮ ਦੇ ਲੋਕ ਮੇਰੀ ਆਡੀਅנס ਜਿਹੜੀ ਹੈ। ਆਈ ਐਮ ਅ ਯੂਨੀਕ ਵੀਲੋਗਰ ਡਿਫਰੈਂਟ ਦੈਨ ਅਦਰਸ। ਅਤੇ ਇੱਕ ਤਾਂ ਨੌਲੇਜ ਸੀਕਰਸ ਨੇ, ਬਾਕੀ ਜਿਨ੍ਹਾਂ ਨੂੰ ਨੌਲੇਜ ਰਿਕੁਆਇਰਡ ਹੈ ਇੰਟਰਨੈਸ਼ਨਲ, ਸਪਿਰਿਚੁਅਲ, ਨੈਸ਼ਨਲ, ਆਪਣੇ ਜਿਸਮ ਦੇ ਬਾਰੇ, ਬਾਕੀ ਚੀਜ਼ਾਂ ਦੇ ਬਾਰੇ ਦੇ ਲਵ ਇਟ। ਨੌਲੇਜ ਸੀਕਰਸ ਜਿਹੜੇ ਹੈ। ਨੰਬਰ 2 ਤੇ ਜਿਹੜੇ ਮਾਦਾ ਪ੍ਰਸਤੀ ਤੋਂ ਬਹੁਤ ਜ਼ਿਆਦਾ ਤੰਗ ਨੇ ਜਿਹੜੇ ਲੋਕ, ਬਹੁਤ ਜ਼ਿਆਦਾ ਤੰਗ ਨੇ ਔਰ ਉਹ ਡਿਪਰੈਸ਼ਨ 'ਚ ਮੁਬਤਲਾ ਨੇ, ਡਿਪਰੈਸ਼ਨ ਹੋਇਆ ਉਹਨਾਂ ਨੂੰ, ਉਹ ਲੋਕ ਬੜਾ ਪਸੰਦ ਕਰਦੇ ਹੈ ਤੇ ਰੀਅਲੀ ਲਾਈਕ ਇਟ। ਨੰਬਰ 3 ਉਹ ਮਤਲਬ ਉਹ ਦੂਸਰੀ ਕੈਟੇਗਰੀ ਵਾਲੇ ਲੋਕ ਆਪਣੇ ਡਿਪਰੈਸ਼ਨ ਦਾ ਮਦਾਵਾ ਇਹਦੇ 'ਚ ਸਮਝਦੇ ਹੈ। ਨੰਬਰ 3 ਉਹ ਕੈਟੇਗਰੀ ਹੈ ਜਿਹੜੀ ਕਿ ਖੁਦ ਉਹ ਚੀਜ਼ਾਂ ਕਹਿ ਨਹੀਂ ਸਕਦੀ ਲਾਈਕ ਅਗੇਂਸਟ ਦ ਰੂਲਰਸ, ਗਾਲੀਆਂ ਇਹਨਾਂ ਨੂੰ, ਮਤਲਬ ਗੰਦ, ਮੁਗਲਜ਼ਾਤ ਇਹਨਾਂ ਹਰਾਮਜ਼ਾਦਿਆਂ ਲਈ ਜਿਨ੍ਹਾਂ ਨੇ IMF ਦੇ ਮੁਤਾਬਕ 5000 ਅਰਬ ਦੀ ਕਰਪਸ਼ਨ ਕਰ ਲਈ ਹੈ। ਉਹ ਕੈਟੇਗਰੀ ਮੇਰੇ ਵਰਗੇ ਬੰਦੇ ਨੂੰ ਇੱਕ ਆਪਣੀ ਆਵਾਜ਼ ਸਮਝਦੇ ਨੇ ਕਿ ਸਾਡੀ ਜਗ੍ਹਾ ਯਾਰ ਇਹ ਬੰਦਾ ਬੋਲ ਰਿਹਾ ਹੈ, ਵਿਚ ਇਜ਼ ਵੈਰੀ ਗੁੱਡ। ਚੌਥੀ ਕੈਟੇਗਰੀ ਬੜੀ ਡਿਸਅਪੋਇੰਟਿੰਗ ਕੈਟੇਗਰੀ ਹੈ ਜਿਹੜੀ ਮੈਨੂੰ ਪਸੰਦ ਨਹੀਂ ਹੈ, ਜਿਹੜੀ ਮੇਰੇ ਵੀਲੋਗ ਸੁਣਦੀ ਹੈ, ਜਿਹੜੀ ਕਹਿੰਦੀ ਹੁੰਦੀ ਆ ਸਰ ਮੌਸਮ ਨਾ ਦੱਸਿਆ ਕਰੋ, ਇਹ ਵੀ ਦੱਸਿਆ, ਜਿਹੜੀ ਚਟਕਾਰੇਦਾਰ ਖਬਰਾਂ ਸੁਣਨ ਸਿਰਫ ਇੰਟਰਸਟਿਡ ਹੈ। ਅੱਜ GHQ ਨੂੰ ਇਹ ਹੋ ਗਿਆ, ਅੱਜ ਉਹਦਾ ਲਾਨ ਖੜਾ ਹੋ ਗਿਆ, ਅੱਜ ਉਹਨੇ ਉਹਦੀ ਚੂਤ ਮਾਰੀ ਹੈ। ਬਿਲਕੁਲ ਸਟੂਪਿਡ ਯੂਜ਼ਲੈਸ ਕਿਸਮ ਦਾ ਸਟਫ ਇਹ ਉਹ ਸੁਣਨ ਲਈ ਹੁੰਦੀ ਹੈ। ਅਤੇ ਮੈਂ ਸੋਚ ਰਿਹਾ ਸੀ ਕਿ ਯੈਸ ਕੋਈ 3 ਕੈਟੇਗਰੀਜ਼ ਜਿਨ੍ਹਾਂ ਨੂੰ ਮੈਂ ਅਟਰੈਕਟ ਕਰਦਾ ਹਾਂ, ਯੈਸ ਉਹਨਾਂ ਲਈ ਜ਼ਰੂਰੀ ਹੈ ਕਿ ਮੈਂ ਇਹ ਰੋਜ਼ ਸਿਲਸਿਲਾ ਜਾਰੀ ਰੱਖਿਆ ਕਰਾਂ। ਉਹ ਕੁਛ ਥੋੜ੍ਹੇ ਪਰੇਸ਼ਾਨ ਹੋ ਜਾਂਦੇ ਹੈ ਅਤੇ ਲਿਹਾਜ਼ਾ ਮੈਂ ਅੱਗੇ ਤੋਂ ਕੋਸ਼ਿਸ਼ ਕਰਿਆ ਕਰਾਂਗਾ ਕਿ ਇਸ ਤਰ੍ਹਾਂ ਐਬਰਪਟ ਨਾ ਹੋਏ ਅਤੇ ਮੈਂ ਉਹਦੇ ਬਾਰੇ ਦੱਸ ਦਿਆ ਕਰਾਂ। ਅੱਜ ਕੱਲ੍ਹ ਵੈਸੇ ਵੀ ਮੈਂ ਦੇਖਿਆ ਕਿ ਵੀਲੋਗਰ ਕੋਈ ਵੱਡੇ ਆਪਸ ਲੜਾਈ ਚੜਾਈ ਬੜੀ ਹੋ ਰਹੀ ਹੈ। ਇਮਰਾਨ ਰਿਆਜ਼ ਦੀ ਲੜਾਈ ਹੋ ਰਹੀ ਹੈ ਆਦਲ ਰਾਜਾ ਦੇ ਨਾਲ ਔਰ ਵਜਾਹਤ ਮਸੂਦ ਦੀ, ਇਹਨਾਂ ਸਭ ਨਾਲ ਲੜਾਈ ਹੋ ਰਹੀ ਹੈ। ਬਲਕਿ ਕਿੰਡੂ ਰੀਬੋਰਨ ਹੈ, ਉਹ ਵਿਚਾਰੇ ਤੇ ਖਾਮ ਖਾ ਐਵੇਂ ਉਹ ਚੜਾਈ ਕਰਦਾ ਰਿਹਾ। ਉਹ ਅੱਛਾ ਬੜਾ ਇੰਟਲੈਕਚੁਅਲ ਆਦਮੀ ਹੈ, ਅੱਛੀ ਉਹਦੀ ਫੋਲੋਇੰਗ ਹੈ। ਇਹ ਸਾਰੇ ਵਿਕੇ ਹੋਏ ISI ਦੀ ਪਟਾਰੀ ਤੋਂ ਨਿਕਲੇ ਹੋਏ ਇਮਰਾਨ ਰਿਆਜ਼, ਆਦਲ ਰਾਜਾ, ਵਜਾਹਤ ਮਸੂਦ ਦੀਆਂ ਤੇ ਫੀਸਾਂ ਕੋਲੰਬੀਆ ਯੂਨੀਵਰਸਿਟੀ, ਨਿਊਯਾਰਕ ਯੂਨੀਵਰਸਿਟੀ ਦੀਆਂ ISI ਨੇ ਦਿੱਤੀਆਂ। ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਸ ਤਰ੍ਹਾਂ ਸਿਰਫ ਆਪਣੀ ਪਬਲਿਸਿਟੀ ਲਈ, ਆਪਣੀ ਬਦਮਾਸ਼ੀ ਲਈ, ਆਪਣੀ ਮਤਲਬ ਅੱਛਾ ਮੈਂ ਇਹਨਾਂ ਤੋਂ ਇੱਕ ਹੋਰ ਹਿਸਾਬ ਨਾਲ ਵੀ ਬੜਾ ਮੁਖਤਲਿਫ ਹੈ ਕਿ ਮੈਂ ਮੋਨੀਟਾਈਜ਼ ਨਹੀਂ ਕੀਤਾ ਹੋਇਆ ਚੈਨਲ। ਮੈਨੂੰ ਤਾਂ ਇਸ ਹਿਸਾਬ ਨਾਲ ਵੀ ਕੋਈ ਇੰਟਰਸਟ ਨਹੀਂ, ਜਿਹਦੇ ਤੋਂ ਮੈਂ ਤੁਸੀਂ ਨੋਟ ਕੀਤਾ ਕਿ ਕਦੀ ਵੀ ਤੁਹਾਡੀ ਕਿਸੇ ਵੀ ਤਰੀਕੇ ਨਾਲ ਮੈਨੂੰ ਸੁਣਨ ਦੀ ਖੁਸ਼ਾਮਦ ਨਹੀਂ ਕੀਤੀ। ਬਿਲਕੁਲ ਮੈਂ ਕਦੀ ਖੁਸ਼ਾਮਦ ਨਹੀਂ ਕੀਤੀ। ਨਾ ਤੁਹਾਨੂੰ ਕਿਹਾ ਸਬਸਕ੍ਰਾਈਬ ਕਰੋ ਚੈਨਲ, ਢੋਲਕੀ ਦੀ ਬੈਲ ਬਟਨ ਦੀ ਢੂਈ ਦਬਾਓ, ਕਦੀ ਨੈਵਰ। ਆਈ ਹੈਵ ਨੋ ਇੰਟਰਸਟ। ਸੁਣੋ ਨਾ ਸੁਣੋ, ਔਰ ਕੱਲ੍ਹ ਮੈਂ ਉਹ ਪਲ ਦੋ ਪਲ ਕਾ ਸ਼ਾਇਰ ਤੁਹਾਨੂੰ ਸੁਣਾ ਕੇ ਤੋਂ ਬਿਲਕੁਲ ਹੀ ਤੁਹਾਨੂੰ ਫਲੈਟ ਆਊਟ ਕਰ ਦਿੱਤਾ ਹੈ ਕਿ ਡੂ ਨਾਟ ਬੋਦਰ ਅਬਾਊਟ ਮੀ, ਡੂ ਨਾਟ ਕੇਅਰ ਅਬਾਊਟ ਮੀ। ਠੀਕ ਹੈ ਜੀ।
ਇਹ ਇਸ ਤਰ੍ਹਾਂ ਹੀ ਜ਼ਿੰਦਗੀ ਹੈ, ਚੱਲਦੀ ਰਹਿੰਦੀ ਹੈ। ਮੇਰੇ ਵਰਗੇ ਕਈ ਆਏ, ਇੱਥੋਂ ਚਲੇ ਗਏ। ਸਪਿਨੋਜ਼ਾ ਵਰਗੇ ਜਿਨ੍ਹਾਂ ਨੂੰ ਆਪਣਾ ਮੈਂਟੋਰ ਸਮਝਦਾ ਆ, ਮੌਲਾਨਾ ਰੂਮੀ ਵਰਗੀਆਂ ਰੂਹਾਨੀ ਸ਼ਖਸੀਅਤ ਆਏ, ਚਲੇ ਗਏ, ਲੋਕਾਂ ਨੂੰ ਮੈਸੇਜ ਦਿੱਤਾ, ਓਨੈਸਟਲੀ ਬਿਲਕੁਲ ਪ੍ਰੈਕਟਿਸ ਕੀਤਾ ਔਰ ਉਹਨਾਂ ਦੀਆਂ ਜ਼ਿੰਦਗੀਆਂ ਦਰੁਸਤ ਕਰ ਦਿੱਤੀਆਂ। ਅਗਰ ਮੈਂ ਵੀ ਕੁਛ ਲੋਕਾਂ ਦੀਆਂ ਜ਼ਿੰਦਗੀਆਂ ਦਰੁਸਤ ਕਰ ਸਕਦਾ ਹਾਂ, ਮੈਂ ਤੇ ਤੁਹਾਨੂੰ ਦੱਸਦਾ ਹੁੰਦਾ ਫਰਜ਼ ਕਿਫਾਇਆ ਅਦਾ ਕਰ ਰਿਹਾ। ਇਹ ਸੁਸਾਇਟੀ 'ਚ ਇੱਕ ਬੰਦਾ ਤੇ ਕਮ ਅਜ਼ ਕਮ ਇਹ ਅਦਾ ਕਰੇ। ਇਲੈਕਸ਼ਨ ਹੋ ਰਹੇ ਨੇ ਕੱਲ੍ਹ, ਉੱਥੇ ਵੀ ਫੌਜ ਕੱਲ੍ਹ ਬਿਠਾ ਰਹੇ ਨੇ ਜ਼ਿਮਨੀ ਇਲੈਕਸ਼ਨ। ਅਕਸਰ ਨੇ ਤੇ ਇਮਰਾਨ ਖਾਨ ਦੇ ਕਹਿਣ 'ਤੇ ਬਾਈਕਾਟ ਕੀਤਾ, ਜਿਹੜਾ ਕਿ ਹੋਣਾ ਚਾਹੀਦਾ ਸੀ ਫੈਸਲਾਬਾਦ ਤੋਂ ਗਾਲਿਬਨ ਔਰ ਤੇਰਾ ਗਾਜ਼ੀ ਖਾਂ ਵਗੈਰਾ। ਲੇਕਿਨ ਲਾਹੌਰ ਤੋਂ ਮੀਆਂ ਅਜ਼ਹਰ ਦੇ ਆਲੇ ਤੋਂ ਸ਼ਾਇਦ ਖੜਾ ਕੀਤਾ ਗਿਆ। ਉੱਥੇ ਸ਼ਾਇਦ ਕਹਿੰਦੇ ਜੀ ਮੁਕਾਬਲਾ ਕੀ ਹੋਣਾ, ਅਗਲੇ ਫਿਰ ਫਾਰਮ 47 ਲੈ ਆਉਣਗੇ, ਜਾਂ ਉਹ ਜਿਹੜੀ ਹਰੀਪੁਰ ਵਾਲੀ ਸੀਟ ਉਮਰ ਅਯੂਬ ਵਾਲੀ ਹੈ। ਕੱਲ੍ਹ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਜਿਹੜਾ ਆ ਤੁਹਾਡੇ 'ਤੇ ਫੌਜ ਕਾਬਜ਼ ਰਹੇਗੀ ਅਗਰ ਤੁਸੀਂ ਆਪਣਾ ਜਿਹੜਾ ਆ ਬਾਹਰ ਨਾ ਨਿਕਲੇ। ਸਾਡੇ ਇੱਕ ਪੁਲਿਸ ਦੇ ਅਫਸਰ FIA 'ਚ ਵੀ ਸਈਦ ਸਾਹਿਬ ਸਰਵ ਕਰਦੇ ਰਹੇ। ਕੈਨੇਡੀਅਨ, ਉਹਨਾਂ ਨੂੰ ਇੱਕ ਔਨਰ ਹੈ ਕਿ ਉਹ ਕੈਨੇਡੀਅਨ ਪੁਲਿਸ 'ਚ ਵੀ ਸਰਵ ਕੀਤਾ ਔਰ ਪਾਕਿਸਤਾਨੀ FIA ਔਰ ਪੁਲਿਸ 'ਚ ਵੀ ਸਰਵ ਕੀਤਾ। ਡਿਸਟਿੰਕਟ ਔਨਰ, ਬਹੁਤ ਅੱਛੇ ਆਦਮੀ ਨੇ, ਬੜੇ ਇਨਵੈਸਟੀਗੇਸ਼ਨਸ ਦੇ ਉਹਨਾਂ ਨੇ ਬੇਨਜ਼ੀਰ ਇਨਕੁਆਇਰੀ 'ਚ ਵੀ, ਮਰਡਰ 'ਚ, ਅਸੈਸੀਨੇਸ਼ਨ 'ਚ ਉਹਨਾਂ ਦੀ ਬੜਾ ਪ੍ਰਾਇਮਰੀ ਰੋਲ ਰਿਹਾ। ਉਹ ਮੈਨੂੰ ਕੱਲ੍ਹ ਕਹਿੰਦੇ ਸੀ ਕਿ ਮੇਰੇ ਟਾਈਟਲ 'ਤੇ ਕਿ ਨਜ਼ਰ ਸਾਹਿਬ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਆਰਮੀ ਨੂੰ ਖ਼ਤਮ ਕਰਕੇ ਉਹ ਜਿਹੜੇ ਆਉਣਗੇ ਉਹ ਮਤਲਬ ਆਰਮੀ ਦੇ ਖਿਲਾਫ ਤੁਸੀਂ ਉਹ ਤਾਂ 100 ਸਾਲ ਕਾਬਜ਼ ਰਹਿਣਗੇ, ਤਾਂ ਕੌਣ ਆਏਗਾ? ਮੈਂ ਸਈਦ ਸਾਹਿਬ ਤੁਹਾਨੂੰ ਜਵਾਬ ਇਸ ਲਈ ਵੀਲੌਗ ਤੋਂ ਦੇਣਾ ਪਸੰਦ ਕੀਤਾ ਕਿਉਂਕਿ ਇੱਕ ਬੜਾ ਪੋਲੀਟੀਕਲ ਸਾਇੰਸ ਦਾ ਐਕਟਿਵ ਜਿਹਾ ਸਵਾਲ ਹੈ ਰਿਗਾਰਡਿੰਗ democracies, dictatorships, Islam, falsafa, hukumat, खिलाफत व मलूकियत। ਮੇਰੇ ਖਿਆਲ ਦੇ ਮੁਤਾਬਕ ਸ਼ੁਰੂ ਤੋਂ ਆਵਾਮ 'ਚ ਫੌਜ ਦੀ ਮਕਬੂਲੀਅਤ ਰਹੀ ਹੈ। ਫੌਜ ਨੇ ਸਿਆਸਤਦਾਨਾਂ ਨੂੰ ਗੰਦਾ ਕਰਕੇ ਵਾਰੀਆਂ ਲਈਆਂ। ਮੈਨੂੰ ਯਾਦ ਹੈ ਅਸੀਂ ਸਾਰੇ ਲੋਕ ਸ਼ਾਮਲ ਸੀ ਭੁੱਟੋ ਨੂੰ ਕੁੱਤਾ ਹਾਏ ਹਾਏ ਕਰਨ 'ਤੇ। ਅਸੀਂ ਸਾਰੇ ਲੋਕ ਸ਼ਾਮਲ ਸੀ PNA ਦੀ ਮੂਵਮੈਂਟ ਲਈ। ਅਸੀਂ ਸਾਰੇ ਲੋਕਾਂ ਨੇ ਮੁਸ਼ਰਫ ਦੇ ਆਉਣ 'ਤੇ ਗਾਂਡੇ ਤੋਂ ਨਜਾਤ 'ਤੇ ਮਠਾਈਆਂ ਤਕਸੀਮ ਕੀਤੀਆਂ ਸੀ। ਲੇਕਿਨ ਔਰ ਅਸੀਂ ਸਾਰੇ ਲੋਕ ਬਾਵਜੂਦ APS ਦੇ ਕਤਲੋ ਗਾਰਤ ਦੇ ਔਰ ਸਭ ਕੁਛ ਦੇ ਰਹੀਲ ਸ਼ਰੀਫ ਦੀ ਐਕਸਟੈਂਸ਼ਨ ਲਈ ਆਵਾਮ ਕਹਿ ਰਹੇ ਸੀ ਗਾਂਡੇ ਨੂੰ, ਠੀਕ ਹੈ ਨਾ ਜੀ। ਲੇਕਿਨ ਹੁਣ ਉਹ ਮਾਹੌਲ ਨਹੀਂ ਹੈ। ਹੁਣ ਤੇ ਬਾਬਾ ਅਸੀਂ ਕਹਿੰਦੇ ਆ ਕਿ ਸਾਰੇ ਮਾਦਰ ਚੋਦ ਸੂਅਰ ਹਰਾਮ ਜ਼ਾਦੇ ਨੇ, ਇਹਨਾਂ ਸਭ ਤੋਂ ਜਿੰਨੀ ਨਫ਼ਰਤ ਹੋ ਸਕਦੀ ਹੈ ਕਰੋ, ਇਹਨਾਂ ਸਭ ਤੋਂ ਜਾਨ ਛੁਡਵਾਓ। ਸਈਦ ਸਾਹਿਬ ਇੱਕ ਬਹੁਤ ਬੜਾ ਮਾਮਲਾ ਹੈ, ਤੁਸੀਂ ਇਹਨੂੰ ਲਾਈਟ ਲੈ ਰਹੇ ਹੋ। ਇਹ ਜਾਂ ਅਗਰ ਫੌਜ ਸਟਿਕ ਕਰਦੀ ਹੈ ਤੇ ਉਹਨੂੰ ਸੁਡਾਨ ਦੀ ਤਰ੍ਹਾਂ ਲੜਨਾ ਪਏਗਾ ਜਾਂ ਬਰਮਾ ਦੀ ਤਰ੍ਹਾਂ ਆਪਣੇ ਆਵਾਮ ਦੇ ਨਾਲ ਮੁਕਾਬਲਾ ਕਰਨਾ ਪਏਗਾ। ਇਹ ਮੈਂ ਤੁਹਾਨੂੰ ਦੱਸਦੀ ਹਾਂ, ਇਹਦੇ ਇਲਾਵਾ ਕੋਈ ਹੁਣ ਚਾਰਾ ਨਹੀਂ ਰਿਹਾ। ਲਾਈਕ ਅੱਜ ਵੀ ਸੁਹੇਲ ਅਫਰੀਦੀ ਨੇ ਬੜੇ ਡੀਸੈਂਟ ਤਰੀਕੇ ਨਾਲ ਇਸਲਾਮਾਬਾਦ ਪ੍ਰੈਸ ਕਾਨਫਰੰਸ ਸੀ ਗਾਲਿਬਨ ਚੈਲੰਜ ਕੀਤਾ ਮੁਨੀਰੇ ਮਿਸਤਰੀ ਸੂਅਰ ਨੂੰ। ਉਹਨੇ ਕਿਹਾ ਮੈਂ ਹਰ ਕਿਸਮ ਦੇ ਡਾਇਲੋਗ 'ਤੇ ਤਿਆਰ ਹੈ, ਦਹਿਸ਼ਤਗਰਦੀ ਤੋਂ ਅਸੀਂ ਤੰਗ ਹੈ। ਉਹ ਹੀ ਮੇਰੀਆਂ ਔਰ ਸਬੀਨ ਮਹਿਮੂਦ ਵਾਲੀਆਂ ਗੱਲਾਂ ਕਿ ਪ੍ਰੋਵਾਈਡਡ ਉਹ ਟਰਾਂਸਪੇਰੈਂਟ ਹੋਏ, ਠੀਕ ਹੈ ਨਾ ਜੀ। ਪ੍ਰੋਵਾਈਡਡ ਸਾਨੂੰ ਦੱਸਿਆ ਜਾਏ, ਪ੍ਰੋਵਾਈਡਡ ਉਹ ਡਾਲਰ ਲੈਣ ਲਈ ਦਹਿਸ਼ਤਗਰਦੀ ਦੇ ਡਰਾਮੇ ਨਾ ਕੀਤੇ ਜਾ ਸਕਣ। ਬਹੁਤ ਅੱਛੇ ਉਹਨੇ। ਔਰ ਦੂਸਰਾ ਬੜੀ ਅੱਛੀ ਗੱਲ ਉਹਨੇ ਕੀਤੀ ਕਿ ਸਾਡਾ ਕੋਈ ਇੰਦਾ ਦਾ ਇਰਾਦਾ ਨਹੀਂ ਹੈ ਕਿ ਜੀ ਅਸੀਂ ਪਾਣੀ ਬੰਦ ਕਰ ਦਿਆਂਗੇ। ਜੁਨੇਦ ਅਕਬਰ ਨੇ ਉਹ ਜਿਹੜਾ ਕਿਹਾ ਉਹ ਗਲਤ ਹੈ। ਮੈਂ ਚੀਫ ਮਿਨਿਸਟਰ ਹੈ ਸੂਬੇ ਦਾ। ਦੇਖੋ ਇੰਨੀ ਯੰਗ ਏਜ 'ਤੇ ਆਦਮੀ ਇੰਨੀਆਂ ਸਮਝਦਾਰੀ ਦੀਆਂ ਗੱਲਾਂ ਕਰ ਰਿਹਾ। ਫਿਰ ਉਹ ਤੋਂ ਬਾਅਦ ਤੋਂ ਉਹਨੇ ਇੱਕ ਹੋਰ ਗੱਲ ਕੀਤੀ। ਉਹਨੇ ਕਿਹਾ ਜਨਾਬ ਸਾਹਿਬ
ਤੁਸੀਂ ਜਿਹੜਾ ਆਪਣਾ ਸਮਝਦੇ ਹੋ ਕਿ ਅਸੀਂ ਪਾਕਿਸਤਾਨ ਦੇ ਦੁਸ਼ਮਣ ਹੈ, ਅਸੀਂ ਅਲੱਗਾ ਸੂਬਾ ਚਾਹੁੰਦੇ ਹਾਂ, ਹਾਲਾਂਕਿ ਮੈਂ ਚਾਹੁੰਦਾ ਹਾਂ ਕਿ ਪਖਤੂਨ ਅਲੱਗ ਹੋ ਜਾਣ, ਅਫਗਾਨੀਆਂ ਦੇ ਨਾਲ ਮਿਲ ਜਾਣ। ਉਹਨੇ ਕੋਈ 5-10 ਮਿੰਟ ਲਾਤੇ ਪਾਕਿਸਤਾਨ ਨਾਲ ਮੁਹੱਬਤ ਦਾ ਤਜ਼ਕਰਾ ਕਰਦੇ ਹੋਏ, ਔਰ ਅਸੀਂ ਪਾਕਿਸਤਾਨ ਸਾਡੀ ਜਾਨ ਹੈ, ਇਹ ਹੈ ਉਹ ਹੈ। ਹੁਣ ਤੁਸੀਂ ਇੱਥੇ ਦੇਖੋ ਮਨੀਰਾ ਮਿਸਤਰੀ, ਸੂਅਰ ਬੇਸ਼ਰਮ ਆਦਮੀ, ਔਰ ਇਹ 7 ਲੱਖ ਮਦਰਚੋਦ ਸੂਅਰ ਫੌਜ ਕਿੱਥੇ ਖੜੀ ਹੈ। ਪਹਿਲਾਂ ਤੇ ਇਹ ਹਿਸਾਬ ਲੈਣ ਨਾ, IMF ਨੇ ਜਿਹੜਾ 6000 ਅਰਬ ਦੇ ਕਰੀਬ ਹੀ ਤੁਸੀਂ ਸਮਝ ਲਓ ਫਰਾਡ ਦਾ, 6000 ਅਰਬ ਇਹ ਪੈਨਸ਼ਨਾਂ ਤੇ ਦਿੰਦੇ ਆ, ਤਨਖਾਹਾਂ, ਪੈਨਸ਼ਨਾਂ ਡਿਵੈਲਪਮੈਂਟ ਨਾਨ ਡਿਵੈਲਪਮੈਂਟ ਐਕਸਪੈਂਡੀਚਰ ਤੇ 6000 ਦੀ ਇਹ ਕਰਪਸ਼ਨ ਕਰਦੇ ਹੈ। ਮੈਂ ਤੇ ਕਹਿੰਦਾ ਕਿ ਸਾਰਾ ਟੈਕਸ ਪੇਅਰਸ ਮਨੀ ਲੋਕਾਂ 'ਚ ਵੰਡਣਾ ਸ਼ੁਰੂ ਕਰ ਦਿਓ। ਕੋਈ ਅਫਸਰ ਰੱਖੋ ਹੀ ਨਾ, ਭੈਣ ਚੋਦੋ ਦੱਲੋ। ਇਹ ਤੇ ਕੋਈ ਵੈਲਫੇਅਰ ਲਈ ਇਹਨਾਂ ਨੂੰ, ਲੋਕਾਂ ਨੂੰ ਇਹ ਪੈਸਾ ਦੇਣਾ ਸ਼ੁਰੂ ਕਰ ਦਿਓ, ਹੈ ਜੀ। ਲੋਕ ਆਪੇ ਹੀ ਆਪਣੇ ਕੰਮ ਕਰਨ, ਔਰ ਇਹ ਕੀ ਤੁਸੀਂ ਮਤਲਬ ਇਨਫਰਾਸਟ੍ਰਕਚਰ ਕਰਨਾ ਸੀ, ਸਮੋਗ ਨਾਲ ਤੁਸੀਂ ਤਬਾਹੋ ਬਰਬਾਦ। ਕਿੱਥੇ ਚੀਨ ਦਾ 90% ਲੋਕਾਂ ਦੇ ਆਪਣੇ ਘਰ ਹੈ। ਇਸ ਤਰ੍ਹਾਂ ਨਹੀਂ ਹਾਊਸਿੰਗ ਸੁਸਾਇਟੀਆਂ, ਅਪਾਰਟਮੈਂਟ ਬਿਲਡਿੰਗਸ ਨੇ ਮੈਂ ਇੱਥੇ, ਜਾਂ ਰੂਰਲ ਏਰੀਆਜ਼ ਨੇ। ਡਿਮਾਰਕੇਸ਼ਨ ਹੈ ਬਿਟਵੀਨ ਰੂਰਲ ਐਂਡ ਅਰਬਨ ਏਰੀਆ। ਸਪੈਸ਼ਲੀ ਸ਼ੀ ਜਦੋਂ ਦਾ ਆਇਆ, ਉਹਨਾਂ ਨੇ ਤੇ ਬਿਲਕੁਲ ਕਰਪਸ਼ਨ ਖਤਮ ਕਰ ਦਿੱਤੀ ਹੋਈ। ਮੈਂ ਤੁਹਾਨੂੰ ਦੱਸਾਂ, ਪਾਕਿਸਤਾਨ 'ਚ ਬਹੁਤ ਸਕੋਪ ਹੈ ਟੂ ਰਾਈਜ਼। ਆਈ ਡੋਂਟ ਨੋ ਵਾਈ ਮੈਂ ਬੜਾ ਇਹਦੇ ਬਾਰੇ ਕੱਲ੍ਹ ਪੀਰ ਸਾਹਿਬ ਕਹਿ ਰਹੇ ਸੀ ਕਿ ਹਿੰਦ ਸਿੰਧ ਨਹੀਂ, ਇਹ ਸਿੰਧ ਹੀ ਹੈ ਸਾਡਾ ਇਲਾਕਾ, ਤੇ ਹਿੰਦ ਤੇ ਹਜ਼ਰਤ ਯੂਨਸ ਦਾ ਸੀ, ਇਹ ਸਿੰਧ ਵਾਲਾ ਇਲਾਕਾ ਮੂਸਾ ਦਾ ਹੈ। ਤੇ ਉਹ ਬੜੀਆਂ ਦਿਲਚਸਪ ਖਬਰਾਂ ਦਿੰਦੇ ਹੁੰਦੇ ਆ ਖਾਨੇਵਾਲ ਤੋਂ ਨੇ, ਉਹਨਾਂ ਨਾਲ ਕਦੀ ਗੱਪਸ਼ਪ ਲੱਗ ਜਾਂਦੀ ਹੈ। ਤੇ ਯੈਸ ਆਈ ਡੂ ਐਗਰੀ। ਔਰ ਉਹ ਕਹਿੰਦੇ ਕਿ ਇਸ ਤਰ੍ਹਾਂ ਦੀ ਧਰਤੀ ਕਿਤੇ ਨਹੀਂ ਹੈ ਜਿੰਦਾ ਦੀ ਪਾਕਿਸਤਾਨ ਹੈ, ਔਰ ਪਾਕਿਸਤਾਨ ਅਮਰੀਕਾ ਦੇ ਮਾਮਲਾਤ ਕਾਫੀ ਇੱਕ ਜਿਹੇ ਨੇ, ਔਰ ਇਹਨਾਂ ਦੇ ਤਾਲੁਕਾਤ ਬੜੇ ਕਲੋਜ਼ ਹੁੰਦੇ ਜਾ ਰਹੇ ਨੇ। ਯੈਸ, ਮੈਂ ਤੁਹਾਨੂੰ ਦੱਸਾਂ, ਅਮਰੀਕਾ ਹਮੇਸ਼ਾ ਅਵਾਮ ਨਾਲ ਜਾਏਗਾ, ਅਵਾਮ ਹਮੇਸ਼ਾ ਅਮਰੀਕਾ ਨਾਲ ਜਾਣਗੇ। ਇਹ ਮੇਰੀ ਗੱਲ ਲਿਖ ਲਓ, ਅਗਰ ਉਹਨਾਂ ਕੋਲ ਚੋਇਸ ਹੋਈ, ਠੀਕ ਹੈ ਨਾ ਜੀ। ਲਿਹਾਜ਼ਾ ਇਹ ਕੁਛ ਨਾ ਕੁਛ ਬਿਹਤਰ ਪਾਕਿਸਤਾਨ, ਸਿਰਫ ਅਮਰੀਕਾ ਨੂੰ ਇਹਨਾਂ ਨੇ ਇਹ ਬਾਵਰ ਕਰਾਇਆ ਹੋਇਆ ਕਿ ਅਵਾਮ ਸਾਡੇ ਕੰਟਰੋਲ 'ਚ ਨੇ। ਸਰ ਜੀ ਤੁਸੀਂ ਜੋ ਮਰਜ਼ੀ ਕਰ ਲਓ, ਦੱਸੋ ਇਸਰਾਈਲ ਨੂੰ ਕੰਮ ਕਰਨਾ, ਦੱਸੋ ਕਿਹਦਾ ਟੂਆ ਪਾੜਨਾ, ਦੱਸੋ ਬਿਜਲੀਆਂ ਗਿਰਾਨੀਆਂ ਹੈ, ਮਨੀਲਾ ਦੀਆਂ ਬਿਜਲੀਆਂ ਕਿਹਦੇ ਤੇ ਗਿਰਾਨੀਆਂ, ਬਹੁਤ ਹਰਾਮ ਸਦਕੀ ਹੈ। ਉੱਥੇ ਤੇ ਚਲੋ ਕਮਾਨ ਦੇ ਕੋਈ ਜ਼ਰੀਏ ਨੇ ਸਾਊਦੀ ਅਰਬ ਦੇ, ਤੇ ਉਹ 1 ਟ੍ਰਿਲੀਅਨ ਦੀ ਸਰਮਾਇਆਕਾਰੀ ਦਾ ਆ ਕੇ ਅਮਰੀਕਾ ਕਹਿ ਰਿਹਾ। ਉਹ ਕੱਲ੍ਹ ਜਨਾਬ ਮਮਦਾਨੀ ਸਾਹਿਬ ਵੀ ਠੁੱਸ ਹੋ ਕੇ ਫੁੱਸ ਹੋ ਗਏ, ਠੀਕ ਹੈ ਨਾ, ਮਿੰਨਤਾਂ ਤਰਲੇ ਤੇ ਟਰੰਪ ਨਾਲ ਆ ਗਿਆ। ਦੇਖੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਖਬਰ ਦਿੱਤੀ ਕਿ ਦੋਨੋਂ ਬੜੇ ਬੇਕਰਾਰ ਔਰ ਬੇਚੈਨ ਨੇ ਇੱਕ ਦੂਸਰੇ ਨੂੰ ਮਿਲਣ ਲਈ। ਨਿਊਯਾਰਕ ਤੋਂ ਬਗੈਰ ਨਾ ਹੀ ਟਰੰਪ ਰਹਿ ਸਕਦਾ ਹੈ, ਔਰ ਨਾ ਹੀ ਵਾਸ਼ਿੰਗਟਨ DC ਦੀ ਸਪੋਰਟ ਤੋਂ ਬਗੈਰ ਮਮਦਾਨੀ ਜਾਂ ਕੋਈ ਵੀ ਨਿਊਯਾਰਕ ਦਾ ਮੇਅਰ ਰਹਿ ਸਕਦਾ। ਐਡਮ ਨੇ ਦੋਸਤੀ ਕਰਕੇ ਆਪਣੇ ਕੇਸ ਪਾੜਨ ਕਰਾ ਲਏ ਸੀ, ਤੇ ਮਮਦਾਨੀ ਕੇਸ ਬਾਗ ਦੀ ਮੂਲੀ ਹੈ, ਠੀਕ ਹੈ ਨਾ ਜੀ। ਬਲਕਿ ਮੈਂ ਉਹ ਬੰਦਾ ਆ ਜਿਹਨੇ ਤੁਹਾਨੂੰ ਕਿਹਾ ਸੀ ਕਿ ਟਰੰਪ ਦਿਲੋਂ ਕੋਈ ਸਟਰੋਂਗ ਰਿਪਬਲਿਕਨ ਨਿਊਯਾਰਕ ਦਾ ਮੇਅਰ ਨਹੀਂ ਚਾਹੁੰਦਾ ਆ। ਉਹ ਕੋਈ ਇੰਡਾ ਦਾ ਹੀ ਲੋਲਾ ਪੋਪੜਾ ਜਿਹਾ ਚਾਹੁੰਦਾ ਆ ਡੈਮੋਕ੍ਰੈਟ, ਉਹਨੂੰ ਫਿਰ ਹੱਕੀ ਰੱਖੇ ਉਹ ਆਪਣੀ ਮਰਜ਼ੀ ਦੇ ਮੁਤਾਬਕ। ਜਨਾਬ ਸਾਹਿਬ ਇਹ ਸੂਰਤ ਹਾਲ ਹੈ। ਕੋਈ ਮੇਰਾ ਖਿਆਲ ਹੈ ਕਿ ਕੋਈ ਇਮੇਜਸ ਔਰ ਨਿਊਜ਼ ਦਾ ਮੇਰੇ ਕੋਲ ਸੀ ਜਿਹੜਾ ਮੈਂ ਕੱਲ ਨਹੀਂ ਦੱਸ ਸਕਿਆ ਸੀ। पाकिस्तान में पीका एक्ट लग गया है। अब कोई भी इदारा या कोई भी पर्सन, कोई भी अदालत फौज के बगैर कुछ नहीं कर सकेगा। यहाँ तक कि सोशल मीडिया पर कमेंट्स भी नहीं कर सकता। ईमेल आईडी भी फौज से रजिस्टर करवानी होगी। कोई मीडिया रिपोर्टर फौज से पूछे बगैर रिपोर्ट नहीं कर सकता। ये तो मार्शल ही हुआ। ईमेल आईडी भी, ओ मादर चोद सूअर मनीरे मिस्त्री, तेरी मां नु यहाँ, तेरी धी नु सरे बाजार यहाँ, कुत्ते दे बच्चे, हराम सादे, गैर इंसानी टल्ले, खिंजीर दी औलाद। तू कर मेरा की करना, तू पुट ले मेरा की पुटना है, ठीक है ना।
ਸਾਡੀਆਂ ਆਈਡੀਆਂ ਤੇ ਰਹਿਣਗੀਆਂ, ਸਾਡੇ ਚੀਜ਼ਾਂ ਤੇ ਰਹਿਣਗੇ। ਕਹਿੰਦੇ ਹੁੰਦੇ ਸੀ ਈਮੇਲ ਆਈਡੀ ਦੇ, ਈਮੇਲ ਆਈਡੀ ਦੇ। ਜਦੋਂ ਮੇਰੀ ਬੇਗਮ ਦੇ ਬਹਿਨੋਈ ਨੂੰ ਚੁੱਕਿਆ, ਮੇਰੀ ਬੇਗਮ ਦੇ ਭਾਂਜੇ ਨੂੰ ਚੁੱਕਿਆ, ਮੇਰੇ ਛੋਟੇ ਭਾਈ ਨੂੰ ਚੁੱਕਿਆ, ਬਹੁਤ ਜ਼ਿਆਦਾ ਬਦਮਾਸ਼ੀ ਹੈ। ਠੀਕ ਹੈ। ਅੱਛਾ, ਉਹ ਤੋਂ ਬਾਅਦ ਤੋਂ ਜਨਾਬ ਇੱਕ ਮੈਂ ਦੇਖ ਰਿਹਾ ਸੀ ਕਮੈਂਟ, when a country's ruling elite behaves like a military state, instead of public servants, the nation stops moving forward. ਠੀਕ ਹੈ ਜੀ, ਰੂਲਿੰਗ elite ਸਾਰੀ ਫੌਜ ਦੇ ਨਾਲ ਚੱਲ ਰਹੀ ਹੈ ਤੇ ਉਹ ਪਬਲਿਕ ਸਰਵੈਂਟਸ ਜਿਹੜੇ ਆ ਉਹ ਵੀ ਕੀ ਕੰਮ। ਪਾਕਿਸਤਾਨ's real crisis isn't lack of talent or resources. ਮੈਂ ਕੱਲ ਤੁਹਾਨੂੰ ਕਿਹਾ ਸੀ, ਮੈਨੂੰ ਬੁਲਾ ਲਓ, ਇੱਕ ਇੱਕ ਏਕੜ ਵਾਲੇ ਬੰਦੇ ਨੂੰ ਮੈਂ ਮਿਲੀਅਨੇਅਰ ਨਾ ਬਣਾਇਆ, ਮੇਰਾ ਨਾਂ ਨਜ਼ਰ ਚੌਹਾਨ ਨਹੀਂ। ਪਾਕਿਸਤਾਨੀ ਰੁਪੀਜ਼ 10 ਲੱਖ ਦਾ ਮਿਲੀਅਨ ਆਉਂਦਾ, 1 ਏਕੜ ਸਿਰਫ ਉਹਦੀ ਜ਼ਮੀਨ ਹੋਏ। ਮੇਰੇ ਕੋਲ ਫਾਰਮੂਲਾ ਹੈ, ਐਡੀ ਅੱਛੀ ਧਰਤੀ ਹੈ, ਸੋਇਲ ਹੈ। ਉਹ ਕਹਿੰਦੇ ਇੱਥੇ ਫੁੱਦੀਆਂ ਉਗਾ ਦਿਓ ਤੇ ਬੱਚੇ ਪੈਦਾ ਹੋ ਜਾਣਗੇ, ਐਡੀ ਅੱਛੀ ਜ਼ਮੀਨ ਹੈ। ਹੈਂ ਜੀ। ਅੱਛਾ ਜੀ, ਪਾਕਿਸਤਾਨ ਰੀਅਲ, ਅੱਛਾ ਜੀ, ਇਟਸ ਅ ਪਾਵਰ ਸਟਰਕਚਰ ऐसा बनाया है that treats the people as disposable and accountability as optional. ਜਿਹੜੇ ਲੋਕਾਂ ਨੂੰ ਟਿਸ਼ੂ ਪੇਪਰ ਲਈ ਯੂਜ਼ ਕਰਦਾ ਹੈ, ਐਸਾ ਪਾਵਰ ਸਟਰਕਚਰ ਹੈ। ਔਰ ਅਕਾਊਂਟੇਬਿਲਿਟੀ ਮਰਜ਼ੀ ਤੇ ਕਰਾਂਗੇ, ਇਮਰਾਨ ਖਾਨ ਦੀ ਕਰਾਂਗੇ, ਆਪਣੀ ਸਾਡੀ ਨਹੀਂ ਅਕਾਊਂਟੇਬਿਲਿਟੀ ਹੋਏਗੀ। ਠੀਕ ਹੈ ਜੀ। until the uniform steps out of politics, ਜਦ ਤੱਕ ਕਿ ਯੂਨੀਫਾਰਮ ਵਾਲੇ ਬੰਦੇ ਸਿਆਸਤ ਤੋਂ ਬਾਹਰ ਨਹੀਂ ਨਿਕਲਣਗੇ, ਆਪਣੀਆਂ ਕਨਸਟੀਟਿਊਸ਼ਨਲ ਰੋਲ ਚ ਆਈਨੀ ਜ਼ਿੰਮੇਦਾਰੀਆਂ ਨਹੀਂ ਨਿਭਾਉਣਗੇ, ਮੁਲਕ ਜਿਹੜਾ ਹੈ ਟਰੈਪ ਰਹੇਗਾ ਇਨ ਦ ਸਾਈਕਲ ਆਫ ਫੀਅਰ, ਡਰ, ਮਿਸਮੈਨੇਜਮੈਂਟ ਐਂਡ ਮੈਨੂਫੈਕਚਰਡ chaos। ਬਹੁਤ ਜ਼ਬਰਦਸਤ ਜਿਹੜਾ ਆਈਡੀਅਲੀ ਮੇਰਾ ਕਮੈਂਟ ਜਿਹੜਾ ਕਿ ਫੌਜ ਤੋਂ ਤੁਸੀਂ ਜਾਨ ਨਹੀਂ ਛਡਾਈ, ਮੈਂ ਸਈਦ ਸਾਹਿਬ ਨਾਲ ਐਗਰੀ ਨਹੀਂ ਕਰਦਾ ਕਿ ਕੋਈ ਬੰਦਾ there will be a vacuum. No, not at all. ਇਸ ਫੌਜ ਤੋਂ ਜਾਨ ਛੁਡਾਣੀ ਤੁਹਾਨੂੰ ਪੜੇਗੀ। ਯੈਸ, ਸਈਦ ਸਾਹਿਬ ਇਜ਼ ਰਾਈਟ, ਭੁੱਟੋ ਜਾਨ ਛੁਡਵਾ ਸਕਦਾ ਸੀ, ਉਹਨੇ ਨਹੀਂ ਛੁਡਵਾਈ, ਬੜਾ ਜ਼ੁਲਮ ਹੈ। ਗਾਂਡਾ ਨੇ ਖੈਰ ਕੀ ਬੇਨਜ਼ੀਰ ਜਾਨ ਛੁਡਵਾ ਸਕਤੀ ਸੀ, ਬਹੁਤ ਸਾਰੇ ਲੋਕ ਜਾਨ ਛੁਡਵਾ ਸਕਦੇ ਸੀ। ਇਮਰਾਨ ਖਾਨ ਫੌਜ ਤੋਂ ਜਾਨ ਛੁਡਵਾ ਸਕਦਾ ਸੀ। ਆਖਰ 'ਚ ਤੇ ਇਲਜ਼ਾਮ ਇਮਰਾਨ ਖਾਨ ਤੇ ਜਾਂਦਾ ਹੈ। ਠੀਕ ਹੈ ਜੀ। ਉਹਨਾਂ ਦਾ ਇੱਕ ਹੋਰ ਕਮੈਂਟ ਸੀ, ਦ ਡੀਕੇ ਆਫ ਅ ਸੋਸਾਇਟੀ ਨੈਵਰ ਸਟਾਰਟਸ ਵਿਦ ਨੋਇਜ਼। ਕੋਈ ਸ਼ੋਰ ਨਹੀਂ ਹੁੰਦਾ ਜਦੋਂ ਡੀਕੇ ਸਟਾਰਟ ਹੁੰਦਾ ਆ। ਬਹੁਤ ਅੱਛਾ ਕਮੈਂਟ ਹੈ, ਕੋਈ ਫਿਲੋਸਫਰ ਟਾਈਪ ਬੰਦਾ SKR6666 ਦੇ ਨਾਂ ਤੋਂ ਕਮੈਂਟ ਕਰਦਾ ਹੈ। ਇਟ ਸਟਾਰਟਸ ਵਿਦ ਦ ਕੁਆਇਟ ਡੈਥ ਆਫ ਮੋਰਲਸ। ਇਖਲਾਕੀਆਤ ਦਾ ਕਤਲ, ਮੌਤ, ਇਖਲਾਕੀਆਤ ਦੀ ਮੌਤ ਜਿਹੜੀ ਬੜੀ ਖਾਮੋਸ਼ੀ ਨਾਲ ਹੁੰਦੀ ਹੈ। ਸਾਡੇ ਤੇ ਮੈਂਥਨ ਨੇ, ਮੇਰੇ ਤੇ ਅੱਬੇ ਦਾ ਨਾਮ ਪਨਾਮਾ ਦੀ ਲਿਸਟ 'ਚ ਹੈ, ਸਾਡੇ ਕੋਲ ਤੇ 40 ਕਾਰਾਂ ਨੇ। ਠੀਕ ਹੈ ਜੀ। ਮੇਰੀ ਮਾਂ ਤੇ ਰੰਡੀ ਹੈ, ਚੱਕਲਾ ਚਲਾਉਂਦੀ ਹੈ, ਤੇ ਉਹਨੇ ਬਿਊਕ ਰੱਖੀ ਹੈ ਤੇ ਮਰਸੀਡੀਜ਼ਾਂ ਰੱਖੀਆਂ ਹੋਈਆਂ। when integrity is sold for a few coins, ਠੀਕ ਹੈ ਜੀ, and financial corruption becomes a culture, ਇਹ ਜਿਹੜੀ ਮਾਲੀ ਕਰਪਸ਼ਨ ਹੈ ਇਹ ਕਲਚਰ ਬਣ ਜਾਏ ਇੰਸਟੈਡ ਆਫ ਅ ਕ੍ਰਾਈਮ। ਠੀਕ ਹੈ ਜੀ। ਦੇਖੋ ਨਾ, ਉਹ ਬਣ ਗਈ ਹੋਈ ਹੈ, ਕਲਚਰ ਬਣ ਗਿਆ ਹੋਇਆ ਸਾਡੇ, ਉਹਨੇ ਕਲਚਰ ਦਾ ਹਿੱਸਾ ਕਰਪਸ਼ਨ ਬਣ ਗਈ ਹੈ। ਠੀਕ ਹੈ। ਯੂ ਡੋਂਟ ਜਸਟ ਲੂਜ਼ ਐਨ ਇਕੋਨਮੀ, ਤੁਸੀਂ ਇਕੋਨਮੀ ਲੂਜ਼ ਨਹੀਂ ਕਰਦੇ, ਯੂ ਲੂਜ਼ ਅ ਜਨਰੇਸ਼ਨ। ਤੁਸੀਂ ਜਨਰੇਸ਼ਨ ਲੂਜ਼ ਕਰ ਰਹੇ ਹੋ। ਵਾਹ ਜੀ ਵਾਹ, ਮੇਰਾ ਸਲੂਟ ਹੈ SKR ਸਾਹਿਬ ਤੁਹਾਨੂੰ। once values collapse, everything else follows। ਜਦੋਂ ਇਖਲਾਕੀਆਤ ਔਰ ਵੈਲਿਊਜ਼ ਦੀ ਤਬਾਹੀ ਹੋ ਜਾਂਦੀ ਹੈ, ਸਭ ਚੀਜ਼ਾਂ ਫਿਰ ਉਹਨੂੰ ਫੋਲੋ ਕਰਦੀਆਂ। ਰਿਗਾਰਡਸ ਫਰੋਮ ਲੰਡਨ ਬੇਸ ਨੇ, ਇਸ ਲਈ ਉਹ ਇੰਨਾ ਅੱਛਾ ਕਮੈਂਟ ਕਰ ਸਕੇ ਨੇ। Texas has just banned the Council on American Islamic Relations from purchasing any land throughout the state. American Islamic Relations, ਇੱਥੇ ਇਸਲਾਮ ਦੇ ਖਿਲਾਫ ਅਮਰੀਕਾ 'ਚ ਕਾਰਵਾਈ ਬਾਕਾਇਦਾ ਤੌਰ ਤੇ ਅੰਡਰ ਟਰੰਪ ਰਿਪਬਲਿਕਨਸ ਸ਼ੁਰੂ ਹੋ ਚੁੱਕੀ ਹੈ। ਮੈਂ ਤੁਹਾਨੂੰ ਦੱਸ ਦਿੱਤਾ, ਇਹ ਤੁਸੀਂ ਨੋਟ ਰੱਖਣਾ। ਮਸਜਿਦਾਂ ਵੀ ਇੱਥੇ ਬੈਨ ਹੋਣੀਆਂ, ਬੁਰਕੇ ਸ਼ੁਰਕੇ ਵੀ ਬੈਨ ਹੋਣੇ ਹੈ, ਮੁਸਲਮਾਨਾਂ ਦੀ ਐਂਟਰੀ ਵੀ ਬੈਨ ਹੋਣੀ ਹੈ। ਇਹ ਮੇਰੇ ਲਫ਼ਜ਼ ਨੋਟ ਤੁਸੀਂ ਰੱਖਣਾ। ਔਰ ਇਹ ਸਭ ਕੁਛ ਬੈਨ ਕਰਵਾਉਣ 'ਚ ਨਜ਼ਰ ਚੌਹਾਨ
ਟਰੰਪ ਦੇ ਬਹੁਤ ਨਾਲ ਬੈਠਾ ਹੋਏਗਾ ਕਿ ਸਰ ਜੀ ਇਹ ਤੁਸੀਂ ਇੱਕ ਬਹੁਤ ਵੱਡਾ ਸਾਡੇ ਮੁਸਲਮਾਨਾਂ ਤੇ ਅਹਿਸਾਨ ਕਰ ਦਿੱਤਾ। ਮੁਸਲਮਾਨ ਤੇ ਨਹੀਂ ਨਾ ਇਹ ਕੰਜਰ ਮੁਸਲਮਾਨ ਹੁੰਦੇ ਤੇ ਹੋਰ ਕੀ ਚਾਹੀਦਾ ਸੀ। ਠੀਕ ਹੈ ਨਾ ਜੀ। ਅੱਛਾ ਜੀ, ਫਿਰ ਉਹ ਤੋਂ ਬਾਅਦ ਤੋਂ ਹੈ ਜੀ ਕੁਛ ਅਖਬਾਰਾਂ ਦਾ ਸੀ ਮੈਂ ਜਿਹੜਾ ਦੱਸ ਨਹੀਂ ਸਕਿਆ ਸੀ। ਇੱਕ ਹੈ ਕਿ ਹਾਊ ਟਰੰਪ ਐਂਡ ਹੁਆਂਗ ਮੇਡ ਚਿਪਸ ਐਜ਼ ਅ ਡਿਪਲੋਮੈਟਿਕ ਟੂਲ। ਉਹ ਨਿਵੀਡੀਆ ਦੀ ਜਿਹੜੀ ਚਿਪਸ ਦਾ ਮਾਲਕ ਹੈ ਉਹਦੇ ਬਾਰੇ ਸੀ ਕਿ ਪੋਟੈਂਟ ਬਾਰਗੇਨਿੰਗ ਲੀਵਰ ਵਿਦ ਵਾਈਡਲੀ ਵੇਅਰਿੰਗ ਕੰਟਰੀਜ਼। ਨਿਵੀਡੀਆ ਦੇ ਜਿਹੜਾ ਹੈ ਬੰਦਾ ਉਹਨੂੰ ਟਰੰਪ ਨੇ ਯੂਜ਼ ਕੀਤਾ। ਬਲਕਿ ਇਹ ਇੱਕ ਨਾ ਖਬਰ ਇਹ ਹੈਡਿੰਗ ਲੱਗੀ ਹੋਈ ਸੀ, ਮੈਂ ਬਲਕਿ ਦੇਖ ਰਿਹਾ ਸੀ ਕਿ ਹਾਊ ਟਰੰਪ ਐਂਡ CEO ਆਫ ਨਵੀਡੀਆ ਟੀਮਡ ਅਪ, ਸੈਨ ਫਰਾਂਸਿਸਕੋ ਤੋਂ ਨਿਊਜ਼ ਸੀ, ਐਟ ਅ ਸਮਿਟ ਇਨ ਸਾਊਥ ਕੋਰੀਆ। ਇੱਕ ਸਮਿਟ ਸੀ ਪਿਛਲੇ ਮਹੀਨੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਹਾਲਟਡ ਅ ਸਪੀਚ। ਉਹਨੇ ਤਕਰੀਰ ਖਤਮ ਵਿੱਚੋਂ ਰੁਕਿਆ। he was giving about how he was doing more than any other, ਕਿ ਮੈਂ ਉਹ ਤਕਰੀਰ ਕਰ ਰਿਹਾ ਸੀ ਕਿ ਮੈਂ ਬਾਕੀ ਸਦਰਾਂ ਦੇ ਨਾਲੋਂ ਜ਼ਿਆਦਾ ਕੀ ਕਰ ਰਿਹਾ। ਉਹਨੇ ਉਹ ਸਪੀਚ ਰੋਕੀ। he was doing more than any ever to build data centers and employ American workers and asked about new friend, ਨਵੇਂ ਦੋਸਤ ਦੇ ਬਾਰੇ, Jensen, who's an incredible guy, he might be here. Mr. Trump said of Jensen Huang, ਜਿਹੜਾ NVIDIA ਦਾ ਚੀਫ ਹੈ। I don't even know, is Jensen here? ਉਹਨੇ ਕਿਹਾ I think he's around. Somebody said he's here. How's he? Pretty good, right? Speaking at a conference in Washington within hours of Mr. Trump, Mr. Huang also had fond words for the president, praising the White House for dismantling regulation, dismantle kite hone, and encouraging investment in artificial intelligence. Mr. Trump had completely changed the game for artificial intelligence. ਕਾਬੂ ਕਰਨ ਲਈ ਮੁਲਕਾਂ ਨੂੰ ਉਹਨੇ ਰੈਗੂਲੇਸ਼ਨਸ ਚੇਂਜ ਕਰ ਦਿੱਤੇ ਕਿ ਛੱਡੋ ਪ੍ਰਾਈਵੇਸੀ ਸ਼ਰਾਈਵੇਸੀ ਖਸਮਾਂ ਨੂੰ ਖਾਓ। ਇਹ ਉਹ ਵਾਲੀ ਖਬਰ ਤੇ ਸੀ। ਠੀਕ ਹੈ ਜੀ। Still, when Mr. Trump returned to the White House, his relationship Mr. Hung was far from guaranteed. ਇਹ ਜਦੋਂ ਆਇਆ ਸੀ ਨਵਾਂ ਤੇ ਉਹ ਕਹਿੰਦੇ ਆ, ਲੇਕਿਨ ਬਾਅਦ ਤੋਂ ਇਹਨਾਂ ਦੇ ਰਿਲੇਸ਼ਨ ਕਿੰਨੇ ਅੱਛੇ ਹੋ ਗਏ ਆ। President Trump, who considers the deal a triumph, started calling Mr. Huang my friend. What a job you have done, Mr. Trump said during a speech in Saudi Arabia. We are proud to have you in our country. The Middle East deal provided a template for using AI chips as a tool of foreign policy, said the two people familiar with the administration. Artificial intelligence diplomacy ਲਈ use ਹੋਏਗੀ। ਵੈਸੇ ਤੁਹਾਡੇ ਦੇ ਸਿਰਾਂ ਦੇ ਉੱਤੋਂ ਦੀ ਨਿਕਲ ਗਿਆ, ਉਹਨੂੰ ਸਮਝਾਉਣ ਲਈ ਮੈਨੂੰ ਕੋਈ 10-20 ਲੋਕ ਤੁਹਾਨੂੰ ਚਾਹੀਦੇ ਹੋਣਗੇ। For years, the government has strengthened diplomatic ties with countries by selling US products, Boeing ਵਗੈਰਾ, Boeing planes, but Trump administration ਨੇ ਕਿਹਾ ਅਸੀਂ AI chips ਵੇਚਾਂਗੇ ਉਹਨਾਂ ਮੁਲਕਾਂ ਨੂੰ ਉਹਦੇ ਨਾਲ diplomatic relations ਦੇਖਣਾ ਕਹਿੰਦੇ। We will have a monopoly in artificial intelligence chips. ਫਿਰ ਉਹ ਬਾਰਗੇਨਿੰਗ ਲੀਵਰੇਜ ਆਏਗਾ ਸਾਡੇ ਕੋਲ ਇਹਨਾਂ ਨੂੰ ਕੱਸਣ ਲਈ। ਅੱਛਾ, Mr. Huang, who did not make it to South Korea in time to see Mr. Trump, hasn't given up on the idea. In a statement last week, he said it's vital that America wins by racing ahead and winning developers worldwide. ठीक है ना जी। ये सूरत हाल है। By his return flight, Mr. Trump appeared to have reversed him. He and Mr. Xi had discussed chips, but not the black wall. In an interview with 60 Minutes, Trump said that nobody would have the most advanced chips other than the United States. ਉੱਥੇ ਸ਼ੀ ਨਾਲ ਸਾਰੀਆਂ ਚੀਜ਼ਾਂ ਤੇ ਮੰਨ ਗਿਆ ਸੀ, ਟੈਕਨੋਲੋਜੀ ਸਮਿਟ ਤੇ ਸਾਊਥ ਕੋਰੀਆ। ਲੇਕਿਨ ਹੁਆਂਗ ਨੇ ਫਿਰ ਕਿਹਾ ਕਿ ਨਹੀਂ ਸਾਡੀ ਐਜ ਹੈ। ਹਾਲਾਂਕਿ ਮੇਰੇ ਖਿਆਲ 'ਚ ਇਹਨਾਂ ਦੀ ਐਜ ਨਹੀਂ ਹੈ, ਇਹ ਆਉਣੇ ਵਾਲਾ ਵਕਤ ਦੱਸੇਗਾ। ਉਹ ਤੋਂ ਬਾਅਦ ਤਾਂ ਜੀ ਇੱਕ ਖਬਰ ਸੀ ਕਿ ਆਫਟਰ ਕਲਾਈਮੇਟ ਪੈਕਟ ਐਨਰਜੀ ਜਾਇੰਟਸ ਰਿਟਰਨ ਟੂ ਫੋਸਲ ਫਿਊਲਸ, ਯੂਰਪ ਫੋਸਲ ਫਿਊਲ ਇਹ ਸ਼ਾਇਦ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਯੂਜ਼ ਹੋਣਾ ਦੁਬਾਰਾ ਸ਼ੁਰੂ ਹੋ ਗਿਆ।
Total Energies, the French energy giant, said on Monday that it would spend कोई 5 billion euro लाएंगे to acquire a 50% interest in mostly natural gas-fired power plants in several European countries. ठीक है जी. दोबारा, the facilities which are owned by EPH, an energy company controlled by Czechoslovakia industrialist Danube Krensky, are in Britain, Italy, Netherlands, Ireland or France. चलो ने क्या जी ऐसी. फिर fossil fuel वालिया driven use करेंगे. खबर है mayor who must move on is keeping his bags packed. Adam ਕਾਲੀਏ ਦੇ ਬਾਰੇ ਸੀ ਕਿ ਇਹਨੇ ਸਾਰੀ ਆਪਣੇ ਟੈਨਿਓਰ ਸੈਰਾਂ ਕੀਤੀਆਂ. ਹਰਾਮਜ਼ਾਦਾ ਬਜਾਏ ਇਸ ਦੇ ਕਿ ਬੈਕਅਪ ਕਰੇ, ਇਸ ਵਕਤ ਵੀ ਇਹ ਸੈਰ ਤੇ ਨਿਕਲਿਆ ਹੋਇਆ. As a mayor of the New York City, Eric Adams has made one thing abundantly. He loves to travel abroad. Oh, ਬਿੱਲੋ ਰਾਣੀ ਮੋਰੀ, ਬਿੱਲੋ ਦੋ ਮੋਰੀਆ ਪੁੱਲ ਫੋਰਨ ਮਿਨਿਸਟਰ ਬਣਿਆ, ਬਸ ਉਹ ਸਾਰਾ ਟੈਨਿਓਰ ਹੀ ਉਹਨੇ ਬਾਹਰ ਕੱਢਿਆ ਹਰਾਮਜ਼ਾਦੇ ਨੇ. An abundant indictment and a propriety by damned. Be damned, Onike. He loves to travel abroad. Optics, an abandoned indictment and propriety be damned. ਉਹਦੇ ਨੇ ਕਿਹਾ ਦਫਾ ਕਰੋ ਮੇਰੇ ਤੇ indictment ਹੋਈ ਹੈ ਸਰ. In his first 3 years in office, he visited Qatar, 2022 the World Cup, Greece to discuss anti-Semitism, Italy to meet Pope, Israel to meet Netanyahu, and Mexico, Ecuador, and Colombia to urge would-be migrants not to come to New York. Earlier this year, he traveled to Dominican Republic to show solidarity after a deadly nightclub collapse. Koi zara ja mauka hove. Mr. Adams will have spent roughly 27% of oda time ਜਿਹੜਾ ਆ thousands of miles away from the city he governs. 27% वक्त उन्हें एज अ मेयर ऑफ न्यूयॉर्क बाहर गुजारिया. बड़ा बड़ा काला कुत्ता अमेरिका पाया जाता है दल्ला. Texas declares Muslim civil rights group as a terrorist. मैं तो दसिया है कि टेक्सास से बहुत नस्ला वो डिगन डी है. Governor Greg Abbott of Texas formally declared on Tuesday one of the nation's largest Muslim advocacy and civil rights group is a foreign terrorist organization. ठीक है जी. CAIR, the non-profit known by its initials CAIR, has denied having any such ties. लेकिन उन्होंने कहता, the governor also suggested, without offering evidence, that CAIR's leadership sought to impose Islamic law known as Sharia on Americans. अच्छा जी, फिर एक खबर सी कि Summers ashamed steps back from public roles. ਇਹ ਸਮਰਸ ਦੇ ਬਾਰੇ ਸੀ ਜੀ. ਲੈਰੀ ਸਮਰਸ, ਹਾਰਵਰਡ's ex-president, stayed in contact with Jeffrey Epstein. ਇਹ ਕੋਲੰਬੀਆ ਵੀ ਸ਼ਾਇਦ ਪੜ੍ਹਾਉਂਦਾ ਰਿਹਾ. I am deeply ashamed of my actions and recognize the pain they have caused, Mr. Summers said. ਇਹ ਯੂਨੀਵਰਸਿਟੀਆਂ ਤੋਂ ਪ੍ਰੋਵਾਈਡ ਉਹਨਾਂ ਨੂੰ ਅੰਡਰ ਏਜ ਲੜਕੀਆਂ ਆਰਾਮਜ਼ਾਦੇ ਪ੍ਰੋਫੈਸਰ ਕਰਦੇ ਸੀ. ਹਾਰਵਰਡ's former president ਰਿਹਾ and a former Treasury Secretary has said he would be stepping back from public commitments following the release of emails between him and Jeffrey Epstein. Oh, we sorry, the piche peg. The Yale Budget Lab said Mr. Summers has indicated he would be withdrawing from his role in its advisory group. ठोकिया ਨੂੰ ਇੰਦਾ ਦੇ ਲੋਕ ਯਸ ਤਾਲੁਕ ਨਹੀਂ. ਸਦਰ ਦਾ ਤੇ ਚਲੋ ਕੋਈ ਫਰਕ ਨਹੀਂ ਪੈਂਦਾ. ਇਹ ਐਕੈਡਮੀਸ਼ੀਅਨਸ. ਲੇਕਿਨ ਇੱਥੇ ਤੇ ਪੰਜਾਬ ਯੂਨੀਵਰਸਿਟੀ ਦੀਆਂ ਬੱਸਾਂ ਭਰ ਕੇ ਗਵਰਨਰ ਨੂੰ ਉਹ ਮੌਲਵੀ ਬਲੀਗੁਰ ਰਹਿਮਾਨ ਨੂੰ ਜਾਂਦੀਆਂ ਹੁੰਦੀਆਂ ਸੀ. ਠੀਕ ਹੈ ਜੀ, ਟੂ ਗਿਵ ਅ ਸਪਲਾਈ ਟੂ ਪੀਪਲ. ਹਾਂਜੀ. ਮਿਊਜ਼ਿਕ ਵੀਡੀਓ ਇਜ਼ ਪੁਲਡ ਇਨ ਮਲੇਜ਼ੀਆ ਓਵਰ ਬੈਂਡਸ ਆਊਟਫਿਟਸ. ਇੱਕ ਕੋਈ ਮਿਊਜ਼ਿਕ ਵੀਡੀਓ ਮਲੇਜ਼ੀਆ ਬੜਾ ਇਸਲਾਮਿਕ ਹੁੰਦਾ ਜਾ ਰਿਹਾ. ਮੈਂ ਬੜਾ ਹੈਰਾਨ ਹੋਇਆ ਹਾਂ ਕਿ ਉੱਥੇ ਮਲੇਜ਼ੀਆ ਜੌਹਰ ਬਾਰੂ ਤੋਂ ਖਬਰ ਹੈ. ਇਨ ਅ ਨਿਊ ਮਿਊਜ਼ਿਕ ਵੀਡੀਓ ਰਿਲੀਜ਼ ਦਿਸ ਮੰਥ, the girl group Dola appeared in a corset style mini dresses and matching high knee boots as they danced in a dim neon lit space. Tilted Question, the song cracked the Spotify and Apple Music charts in their native Malaysia, but over the हालांकि वो Spotify ते और Apple Music charts ते बड़े top ते गए. लेकिन वीकेंड ते Universal Music Malaysia's Dola's record company deleted the video.
from YouTube and other platforms in the country after a government minister criticized the band's outfits as too revealing. Free speech has been under increasing pressure in Malaysia. उन्होंने किया जी ठीक है. Conservative Islam has been growing. Last year, the authority of the nation's film censorship board was widened. This year, organizers of a forum on LGBTQ related themes effectively cancelled the event after widespread criticism from online commentators and from Wadiva, Malaysia. Zindabad, मैं ते Malaysia तो इस गल्लां तो impressed है. Palestinians are arriving in South Africa on mystery flights. South Africa ने नेतन्याहू ਦੇ ਖਿਲਾਫ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੋਂ ਵੀ ਇਹ ਕੋਈ ਇਹਨਾਂ ਦਾ ਆਪਸ 'ਚ ਸਿਲਸਿਲਾ ਹੈ. ਕਾਫੀ ਸਾਰੇ ਪੈਲਸਟੀਨੀਅਨਸ ਮਾਈਗ੍ਰੇਟ ਕਰਨ ਡਏ ਨੇ ਬੜਾ ਸੀਕ੍ਰੇਟ ਫਲਾਈਟਸ 'ਚੋਂ ਜੋਹਾਨਸਬਰਗ ਆ ਰਹੇ. The circumstances seemed shady. The man on the phone said he worked for a humanitarian organization, could arrange to fly Ahmad Shehada and his family out of war-ravaged Gaza if he paid $1,600 per person to a crypto account. He demanded the money upfront. Shahida thought it was a scam and declined. But after he learned of a friend who escaped Gaza through the same group, he decided to take a chance. That decision led Mr. Shahida, 37, his wife, and their two young children on a jittery 24-hour journey in two separate bus convoys through tense Israeli checkpoints onto a flight with an unknown destination and eventually to South Africa. The situation in Gaza is so dreadful you would take such a risk. ਹੁਣ ਇਸ ਤਰ੍ਹਾਂ ਸਾਊਥ ਅਫਰੀਕਾ ਨੇ ਕਿਹਾ ਜਾ ਰਿਹਾ ਉੱਥੇ ਡੀਲਰਸ ਕ੍ਰਿਪਟੋ ਵਾਲੇ ਇਕੱਠੇ ਹੋਏ ਆ ਮਿਲ 25 Muslim girls taken from Nigerian school amid worry about Christians. नाइजीरिया मुसलमान और क्रिश्चियंस आपस बड़ी ठन गई है. 25 मुसलमान लड़कियां चुक गई. मजीद उन तफसीलात कल बयान करांगे. कल तक ली इजाज़त.